ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਅੰਮ੍ਰਿਤ ਕਥਾ ਸ਼੍ਰੇਸ਼ਟ ਉਤਮ, ਗੁਰ ਬਚਨੀ ਸਹਜੇ ਚਾਖੀ। ਤਹ ਭਇਆ ਪਰਗਾਸ, ਮਿਟਿਆ ਅੰਧਿਆਰਾ। ਜਿਉ ਸੂਰਜ ਰੈਣ ਕੀ ਰਾਖੀ, ਮਤ ਸੁਮਤ ਤੇਰੇ ਵਸ ਸੁਆਮੀ। ਹਮ ਜੰਤ ਤੂੰ ਪੁਰਖ ਜੰਤੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੇਂ ਬੁਲੈਨੀ, ਪ੍ਰਭ ਜੀ ਤੂੰ ਮੇਰੇ ਪ੍ਰਾਨ ਉਧਾਰੈ। ਨਮਸਕਾਰ ਡੰਡੋਤ ਬੰਦਨਾ, ਅਨੇਕ ਬਾਰ ਜਾਉ ਬਾਰੇ। ਨਮਸਕਾਰ ਡੰਡੋਤ ਬੰਦਨਾ, ਅਨੇਕ ਬਾਰ ਜਾਉ ਬਾਰੇ। ਸ਼ਹੀਦਾਂ ਦੇ ਸਿਰਤਾਜ, ਮਨੁੱਖੀ ਅਧਿਕਾਰਾਂ ਦੇ ਰਖਵਾਲੇ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਚਬਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹਾਜ਼ਰੀਨ, ਗੁਰੂ ਪਿਆਰੀ ਸਾਧ ਸੰਗਤ ਜੀਓ, ਹਜ਼ੂਰ ਦੀ ਪਾਵਨ ਮਿਹਰਮਨ ਦੇ ਸਦਕਾ ਆਪ ਜੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਦਰਸ਼ਨ ਦੀਦਾਰ ਕਰਕੇ ਗੁਰੂ ਪਿਆਰਿਆਂ ਦੀ ਰਸਨਾ ਤੋਂ ਗੁਰਬਾਣੀ ਦਾ ਇਲਾਹੀ ਕੀਰਤਨ ਸਰਵਣ ਕੀਤਾ ਹੈ। ਇਸ ਪਾਵਨ ਸਥਾਨ ਦੀ ਨੇਤਾ ਪ੍ਰਤੀ ਦੀ ਪਾਵਨ ਮਰਿਆਦਾ ਦੇ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇ ਸਨਮਾਨਯੋਗ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਤਿੰਨਾਂ ਦੀ ਰਸਨਾ ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਜਾਪ ਸਰਵਣ ਕੀਤੇ ਨੇ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਹਜ਼ੂਰ ਦੇ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੁੜਨ ਦਾ ਯਤਨ ਕਰੀਏ। ਵਿਚਾਰਾਂ ਤੋਂ ਪਹਿਲਾਂ ਸਾਰੀ ਹੀ ਸੰਗਤ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਸ਼ਬਦਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਪ੍ਰਗਟ ਕਰਨ ਅਨੁਸਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ 52 ਅੱਖਰੀ, ਜੋ ਗੁਰਦੇਵ ਪਾਤਸ਼ਾਹ ਜੀ ਨੇ ਗੌੜੀ ਰਾਗ ਦੇ ਅੰਦਰ ਉਚਾਰਨ ਕੀਤੀ ਹੈ, ਇਸ ਪਾਵਨ ਬਾਣੀ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਅੱਜ ਦਾ ਸ਼ਲੋਕ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 256 ਪਾਵਨ ਅੰਗ ਤੇ ਸੁਭਾਏਮਾਨ ਹੈ। ਅੱਜ ਦੇ ਸ਼ਲੋਕ ਦੇ ਅੰਦਰ, ਪੌੜੀ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਉਹਦੇ ਜੀਵਨ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਸੰਸਾਰ ਦੇ ਜਿੰਨੇ ਵੀ ਧਰਮ ਗ੍ਰੰਥ ਨੇ, ਉਹਨਾਂ ਵਿੱਚੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਕਰਦੀ ਇਹ ਵਡਿਆਈ ਹੈ ਕਿ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਸਭ ਤੋਂ ਵਧੇਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਜਿੰਨੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਸਿਫਤ ਸਲਾਹ ਉਪਮਾ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਪਾਵਨ ਬਚਨ ਉਚਾਰਨ ਕੀਤੇ ਨੇ, ਇਹ ਸੰਸਾਰ ਦੇ ਕਿਸੇ ਹੋਰ ਧਰਮ ਗ੍ਰੰਥ ਦੇ ਅੰਦਰ ਨਹੀਂ। ਮਹਾਰਾਜ ਜੀ ਰਹਿਮਤ ਕਰਦੇ ਨੇ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਐ ਮੇਰੇ ਮਾਲਕ ਜੀ, ਤੁਸੀਂ ਸਾਰੀਆਂ ਤਾਕਤਾਂ ਦੇ ਮਾਲਕ ਹੋ, ਸਾਰੀਆਂ ਕਲਾ ਦੇ ਮਾਲਕ ਹੋ, ਤੇ ਇੱਕ ਵਾਰ ਨਹੀਂ ਅਨੇਕ ਵਾਰ ਮੈਂ ਤੁਹਾਡੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ, ਤੁਹਾਡੇ ਚਰਨਾਂ 'ਤੇ ਪ੍ਰਣਾਮ ਕਰਦਾ ਹਾਂ, ਬੰਦਨਾ ਕਰਦਾ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਮਹਾਨ ਸਤਿਗੁਰੂ ਜੀ ਨੇ ਅੱਜ ਦਾ ਇਹ ਪਾਵਨ ਸ਼ਬਦ ਉਚਾਰਿਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦੀ ਬਾਬਤ ਭਾਈ ਨੰਦ ਲਾਲ ਜੀ ਦਾ ਬੜਾ ਪਿਆਰਾ ਬਚਨ ਹੈ ਕਿ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਆ, ਰੱਬ ਜੀ ਦੀ ਬੰਦਗੀ ਕਰਦੇ ਆ, ਉਹਦੀ ਬੰਦਗੀ ਦਾ, ਉਹਦੀ ਵਡਿਆਈ ਦਾ ਸਰੂਪ ਬਣ ਗਏ ਸਨ। ਬੰਦਗੀ ਇੰਨੀ ਕੀਤੀ ਹੈ, ਮਾਲਕ ਦੀ ਵਡਿਆਈ ਇੰਨੀ ਕੀਤੀ ਕਿ ਉਹਦੀ ਵਡਿਆਈ ਦਾ, ਉਹਦੀ ਬਖਸ਼ਿਸ਼ ਦਾ, ਉਹਦੀ ਬੰਦਗੀ ਦਾ ਸਰੂਪ ਬਣ ਗਏ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਉਹਨਾਂ ਦਾ ਬੜਾ ਪਿਆਰਾ ਬਚਨ ਹੈ, ਗੁਰੂ ਅਰਜਨ ਜੁਮਲਾ ਜ਼ੂਦੋ ਫਜ਼ਾਲ, ਹਕੀਕਤ ਪਜ਼ੋ ਹਿੰਦਾਏ ਹੱਕ ਜਮਾਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਰਮਾਤਮਾ ਦੀ ਵਡਿਆਈ ਦਾ, ਉਹਦੀ ਬਖਸ਼ਿਸ਼ ਦਾ ਸਰੂਪ ਨੇ, ਔਰ ਪਰਮਾਤਮਾ ਦੀ ਸ਼ਾਨ ਦੇ ਵਿੱਚ, ਰੱਬ ਦੀ ਵਡਿਆਈ ਦੇ ਵਿੱਚ ਸ਼ਬਦਾਂ ਦੇ ਵਾਸਤੇ ਉਹ ਖੋਜ ਕਰਨ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰੱਬ ਦੀ ਵਡਿਆਈ ਕੀਤੀ ਹੈ, ਗੁਰੂ ਸਾਹਿਬਾਨਾਂ ਨੇ ਵਡਿਆਈ ਕੀਤੀ ਹੈ। ਵਡਿਆਈ ਕਿਉਂ ਕਰਨੀ ਚਾਹੀਦੀ ਹੈ? ਕਈ ਵਾਰ ਸਾਡੇ ਮਨ 'ਚ ਸਵਾਲ ਆਉਂਦਾ ਹੈ, ਇਹ ਸ਼ੰਕਾ ਵੀ ਜਨਮ ਲੈ ਲੈਂਦਾ, ਇਹ ਤਰਕ ਵੀ ਆ ਜਾਂਦਾ ਹੈ ਕਿ ਮਾਲਕ ਦੀ ਵਡਿਆਈ ਵਾਰ-ਵਾਰ ਕਰਨ ਦੀ ਲੋੜ ਕਿਉਂ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਖਾਸੀਅਤ ਹੈ। ਗੁਰਮੁਖੋ ਮਹਾਰਾਜ ਨੇ ਆਖਿਆ ਕਿ ਸਿੱਖ ਨੇ ਪਰਮਾਤਮਾ ਦੀ ਵਡਿਆਈ ਤਾਂ ਕਰਨੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੀ ਵਡਿਆਈ ਕਰਦੇ ਹਾਂ ਨਾ, ਸਾਡੇ ਅੰਦਰ ਹਉਮੈ ਦਾ ਕੋਈ ਵੀ ਕਿਣਕਾ ਬਾਕੀ ਨਹੀਂ ਰਹਿੰਦਾ। ਅੰਦਰਲਾ ਹੰਕਾਰ ਮੁੱਕ ਜਾਏਗਾ, ਹਉਮੈ ਮੁੱਕ ਜਾਏਗੀ ਤੇ ਮਨੁੱਖ ਕਿਸੇ ਦੀ ਵਡਿਆਈ ਕਰੇਗਾ।
ਸਾਡੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਨੇ ਤੇ ਉਹਨਾਂ ਨੇ ਸਾਨੂੰ ਸਮਝਾਇਆ ਕਿ ਸੱਜਣਾ, ਜੇ ਤੂੰ ਚਾਹੁੰਦਾ ਹੈ ਤੇਰੇ ਅੰਦਰੋਂ ਹਉਮੈ ਦੀ ਗਰਦ ਮੁੱਕ ਜਾਏ, ਵਿਕਾਰ ਤੇਰੇ ਅੰਦਰੋਂ ਸੰਜਮ ਦੇ ਵਿੱਚ ਬੈਠ ਜਾਣ, ਤੈਨੂੰ ਤੰਗ ਨਾ ਕਰਨ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਕਰ, ਉਹਦੀ ਕਥਾ ਕਰ, ਉਹਦੀ ਵਡਿਆਈ ਵਿੱਚ ਜੁੜਨ ਦਾ ਯਤਨ ਕਰ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਸ਼ਲੋਕ ਸਹਿਸਕ੍ਰਿਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਨੇ, ਕਹਿੰਦੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦ ਨਹਿ, ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰ ਹਾਰ ਨਹੀਂ। ਰੱਬ ਦੀ ਵਡਿਆਈ ਕਰਾਂਗੇ ਤੇ ਸਾਡੇ ਅੰਦਰ ਇਹ ਭਾਵਨਾ ਬਣੇਗੀ, ਜਿਹੜੇ ਸਾਡੇ ਵੈਰੀ ਸਾਡੇ ਦੁਸ਼ਮਣ ਵਿਕਾਰ ਬੈਠੇ ਹੋਏ ਨੇ ਉਹ ਨਾਸ ਹੋ ਜਾਣਗੇ, ਮੁੱਕ ਜਾਣਗੇ। ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰ ਹਾਰ ਨਹੀਂ। ਗੁਰੂ ਦੇ ਸ਼ਬਦ ਵਿੱਚ ਰੱਬ ਦੀ ਵਡਿਆਈ ਦੇ ਤੀਰ ਦੇ ਵਿੱਚ ਏਡੀ ਵੱਡੀ ਤਾਕਤ ਹੈ। ਮਹਾਰਾਜ ਕਹਿੰਦੇ ਨੇ ਜਦੋਂ ਉਹ ਚੱਲ ਜਾਏਗਾ ਨਾ, ਸਾਡੇ ਅੰਦਰ ਜਿਹੜੇ ਪੰਜੇ ਵਿਕਾਰ ਬੈਠੇ ਹੋਏ ਨੇ ਇਹਨਾਂ ਦਾ ਨਾਸ ਹੋ ਜਾਏਗਾ, ਇਹ ਕੁਚਲੇ ਜਾਣਗੇ, ਨੇਸਤੋ ਨਾਬੂਦ ਹੋ ਜਾਣਗੇ। ਅਸੀਂ ਬਾਬਾ ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੀਜੇ ਸ਼ੇਖ। ਗੁਰੂ ਦੇ ਸ਼ਬਦ ਵਿੱਚ ਇਹ ਤਾਕਤ ਹੈ, ਉਹ ਮਨੁੱਖ ਦੇ ਅੰਦਰੋਂ ਵਿਕਾਰਾਂ ਦਾ ਨਾਸ ਕਰ ਦਿੰਦਾ ਹੈ, ਹਉਮੈ ਹੰਕਾਰ ਨੂੰ ਦੂਰ ਨਸਾ ਦਿੰਦਾ ਹੈ। ਮਹਾਰਾਜ ਜੀ ਨੇ ਬੜੇ ਬਚਨ ਕੀਤੇ ਨੇ ਵਡਿਆਈ ਦੀ ਪਥਾਏ, ਪਰ ਆਪਾਂ ਇੱਕ ਦੋ ਸ਼ਬਦਾਂ ਦੀ ਸਾਂਝ ਕਰਕੇ ਅੱਗੇ ਤੁਰਨਾ ਹੈ। ਮਾਲਕ ਦੀ ਵਡਿਆਈ ਕਿਉਂ ਕੀਤੀ ਜਾਏ? ਸਤਿਗੁਰੂ ਦਾ ਪਾਵਨ ਸ਼ਬਦ ਹੈ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਜਦੋਂ ਮਨੁੱਖ ਆਪਣੇ ਗੁਨਾਹਾਂ ਨੂੰ ਮਹਿਸੂਸ ਕਰ ਲੈਂਦਾ ਹੈ, ਇਕਬਾਲ ਕਰ ਲੈਂਦਾ ਹੈ ਨਾ, ਤੇ ਆਪਣੇ ਤੋਂ ਜਿਹੜੀ ਵੱਡੀ ਹਸਤੀ ਹੈ ਉਹਦੇ ਅੱਗੇ ਆਪਣੇ ਆਪ ਫਿਰ ਝੁਕ ਜਾਂਦਾ ਹੈ, ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਸਾਡੇ ਗੁਰੂ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ ਜਿਹੜੇ ਬਾਣੀਕਾਰ ਨੇ ਉਹਨਾਂ ਦੀ ਖਾਸੀਅਤ ਹੈ, ਭਾਵੇਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ, ਪਰ ਨਿਮਰਤਾ ਗੁਰਮੁਖੋਂ ਇੰਨੀ ਕਿ ਉਹਨਾਂ ਨੇ ਨਿਮਰਤਾ ਦੇ ਘਰ ਵਿੱਚ ਆ ਕੇ ਜੋ ਵੀ ਕੁਝ ਸਾਨੂੰ ਸਮਝਾਇਆ ਹੈ, ਸਭ ਤੋਂ ਪਹਿਲਾਂ ਤਨਜ਼ ਉਹਨਾਂ ਨੇ ਆਪਣੇ ਆਪ ਤੇ ਕੀਤੀ ਹੈ। ਮਹਾਰਾਜ ਅਸੀਂ ਤੇ ਬੜੇ ਮੈਲ ਵਾਲੇ ਹਾਂ, ਤੁਸੀਂ ਮੈਲਿਆਂ ਨੂੰ ਉਜਲ ਬਣਾਉਣ ਵਾਲੇ ਹੋ। ਸਾਡੇ ਅੰਦਰ ਗੁਣ ਕੋਈ ਨਹੀਂ, ਤੁਸੀਂ ਗੁਣਾਂ ਦੀ ਦਾਤ ਬਖਸ਼ਿਸ਼ ਕਰਨ ਵਾਲੇ ਹੋ। ਅਸੀਂ ਬੜੇ ਨਾ ਸਮਝ ਹਾਂ, ਬੜੇ ਮੂਰਖ ਹਾਂ, ਬੜੇ ਬੇਸਮਝ ਅਗਿਆਨੀ ਹਾਂ, ਤੁਸੀਂ ਸਾਰੀਆਂ ਕਲਾਵਾਂ ਦੇ ਮਾਲਕ ਹੋ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਮੇਰੇ ਵਿੱਚ ਗੁਨਾਹ ਬੜੇ ਨੇ, ਪਰ ਮਾਲਕ ਜੀ ਤੁਸੀਂ ਗੁਨਾਹਾਂ ਨੂੰ ਮਾਫ ਕਰਨ ਵਾਲੇ ਹੋ। ਤੁਹਾਡਾ ਬਿਰਧ ਹੈ, ਤੁਸੀਂ ਆਪਣੇ ਦਰ ਆਇਆਂ ਦੀ ਲਾਜ ਰੱਖਦੇ, ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਏ ਉਹਦੇ ਔਗਣਾਂ ਨੂੰ ਬਖਸ਼ ਦਿੰਦੇ ਹੋ। ਇਸ ਵਾਸਤੇ ਮੇਰੇ ਪਾਤਸ਼ਾਹ ਨੇ ਵਾਰ-ਵਾਰ ਮਾਲਕ ਦੀ ਵਡਿਆਈ ਕੀਤੀ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉ ਬਾਰੇ। ਇਸ ਪਾਵਨ ਸ਼ਲੋਕ ਦੀ ਆਰੰਭ ਵਾਲੀ ਪੰਕਤੀ ਦੇ ਵਿੱਚ ਮਹਾਰਾਜ ਜੀ ਮਾਲਕ ਦੀ ਵਡਿਆਈ ਕਰ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਬਹੁਤ ਬੇਅੰਤ ਹੋ, ਸਾਰੀਆਂ ਸ਼ਕਤੀਆਂ ਦੇ ਤਾਕਤਾਂ ਦੇ ਮਾਲਕ ਹੋ। ਮੈਂ ਅਨੇਕ ਵਾਰ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਹਿਲਾਂ ਪਰਮਾਤਮਾ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ, ਤੇ ਫਿਰ ਗੁਰਮੁਖੋ ਅਰਦਾਸ ਜੀ। ਵੇਖੋ ਅਸੀਂ ਜਦੋਂ ਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ, ਨਮਸਕਾਰ ਵੀ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ। ਮਹਾਰਾਜ ਜੀ ਪਹਿਲਾਂ ਨਮਸਕਾਰ ਕਰਦੇ ਨੇ ਤੇ ਫਿਰ ਅਰਦਾਸ ਕਰਦੇ ਨੇ, ਤੇ ਅਰਦਾਸ ਦੇ ਸ਼ਬਦ ਇੱਥੇ ਇਹ ਨੇ, ਹੈ ਮਾਲਕ ਜੀ ਜ਼ਿੰਦਗੀ ਦੇ ਇਸ ਪੜਾਅ ਦੇ ਵਿੱਚੋਂ ਗੁਜ਼ਰਦਾ ਹੋਇਆ, ਸੰਸਾਰਕ ਜੀਵਨ ਬਤੀਤ ਕਰਦਾ ਹੋਇਆ ਮੈਂ ਕਈ ਵਾਰਾਂ ਡੋਲ ਜਾਂਦਾ ਹਾਂ, ਥਿੜਕ ਜਾਂਦਾ ਹਾਂ, ਕਿਰਪਾ ਕਰਿਓ ਮੈਨੂੰ ਹੱਥ ਦੇ ਕੇ ਰੱਖ ਲਿਓ। ਬੜੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਹਾਰਾਜ ਕਿਰਪਾ ਕਰਨ ਆਪਾਂ ਸਾਂਝੀਆਂ ਕਰਾਂਗੇ। ਜਦੋਂ ਵੀ ਕਿਸੇ ਨੇ ਕਿਸੇ ਮੰਜ਼ਿਲ ਤੇ ਜਾਣਾ ਹੁੰਦਾ ਨਾ ਜੀ,
उस मंजिल ते पहुंचण दे वास्ते मनुख नूं तुरना पैंदा है, कुछ सफ़र करना पैंदा है। ते सफ़र दे विच कई तरह दीयां कठिनाइयां आउंदियां ने, कई तरह दीयां औकड़ां आउंदियां ने। जदों बंदा तुरदा है ना जी, ते तुरन तो पहलां असीं घड़ी दा टाइम वेखदे हां भी इन्ने किलोमीटर मैं सफ़र तय करना है, पर रस्ते विच ट्रैफिक बड़ी है, हो सकदा मैनूं इन्ना समां वध लग जाए, ते असीं पहलां तुर पैंदे हां। सच है ना जी, पहलां तुरदे हां भी हो सकदा असीं लेट हो जाइए। लेट होण तो बचण वास्ते असीं समय तो थोड़ा जिहा पहलां एडवांस तुरदे हां। ते जिहड़े साडे शुभ चिंतक ने, साडे परिवार दे मैंबर ने, वो सानूं एक गल आम तौर ते किहा करदे ने कि आराम ना जाइओ, ध्यान ना जाइओ, काहली ना करिओ, ट्रैफिक बड़ी है, राह दे विच समां ठीक नहीं, किसी ते बहुता भरोसा ना करिओ। सानूं सारियां हदायतां मिलदियां ने अपने परिवार दे वल्लों, अपने शुभ चिंतकां दे वल्लों। ते बंदा उस मंजिल वाले पासे फिर बड़ी सावधानी दे नाल, बड़ा सुचेत हो के तुरदा है। मन विच ये ख्याल हुंदा है कि मैं किते भटक ना जावां, किते डोल ना जावां। जिहड़ी साइड ते मुड़ना सी पहलां इंडीकेटर लाउने आ भी उस पासे गड्डी मोड़ लईए। हर एक चीज़ नूं ज़हन दे विच रख के मनुख जिहड़ा ना वो किसी मंजिल ते पहुंचण वास्ते सफ़र करदा है। ते महाराज कहंदे ने मनुख दी जिंदगी दा मकसद है रब जी तक पहुंचना, अकाल पुरख वाहिगुरू तक पहुंचण दा रस्ता तय करना ही मनुख दी जिंदगी दा लक्ष्य है। तो जे मालिक तक पहुँचना तो गुरमुखो, जिमें असी दुनियावी तौर पर कोई सफ़र करते हाँ, मालिक तक पहुँचने वास्ते भी सानू बड़ा सुचेत होना पवेगा, बड़ा ख्याल रखना पएगा। सतगुरु का बड़ा प्यारा बचन है, महाराज कहते ने बंदा डोलदा क्यों है। अरदास तो की है, महाराज मैनू डोलन तो बचा लो, पर डोलन के कारण की ने गुरमुखो, असीं उन्हां दी विचार करांगे। महाराज कहते ने बार विडानड़ै हुमस धुमस कूकां पईयां राही। जदों बंदा किसी ऐसे इलाके में चला जाए जिथे गर्मी बहुत होवे, तपश बहुत होवे, ठंडे इलाके दे विचों बंदा कोई तुरिया है, अचानक किसी तपश वाले इलाके दे विच पहुँच गया है, उत्थे वाकफ कोई नहीं, अपना कोई नहीं, सारे बेगाने ने, ते सेक दे नाल जिहड़े जीव उत्थे सफ़र करते पे ने वो वारां पा रहे ने, रौला पा रहे ने भी सानू बचा लो। ते उत्थे बंदा फिर एक ऐसे सहारे की भाल विच अरदास करदा है कि महाराज कृपा करो, इस औखे सफ़र दे विचों मैनू सही सलामत पार कढ लो। ये जिहड़ा संसार है ना, मेरे पातशाह ने इनू बगानी जू आख्या, बगाना इलाका आखिया, क्योंकि साडा जिहड़ा असली घर वो तो मालिक का घर है ना जी, जिथे टिक के असीं अपने निज स्वरूप नूं प्राप्त करना है। संसार जिहड़ा महाराज कहंदे ने एक बेगानी जूह दे वांग है, ते जदों असीं इस बेगानी जूह दे विच आउणे, इत्थे अग दे विकारां दे दरिया बलदे पए ने, हर बंदे अंदर एक खिच्चो ताण लगी है, भज दौड़ लगी है, किसी नूं टिकाऊ नहीं, किसी दे अंदर किसी प्रकार का कोई चैन नहीं, हर एक दी बिरती खिंडी हुई है। मान लो भी संसार दे लोग वारां पा रहे ने भी कदों ये समा साडा स्पेंड होवे, कदों सानू टिका मिल जाए। इस औखे समय दे विचों लंघण दे वास्ते जे असीं ये अरदास करते हाँ, बार विडानड़ै हुमस धुमस कूकां पईयां राही, तौ शह सेती लगड़ी डोरी, नानक अनंद सेती बन ग्राही। जे मालिक दा सहारा मिल जाए तो जिंदगी का जोड़ा ये सफ़र है ना, बंदा बड़ी आसानी नाल तय कर लैंदा ते रब दे घर तक मंजिल तक पहुँच जाता है। दूसरी उदाहरण बाबा कबीर साहब कहते ने, जिस बंदे ने साफ ते स्पष्ट रस्ते ते तुरना होवे, जिथे हज़ारां दी भीड़ तुरी जा रही, उत्थे तुरन दे विच कोई मुश्किल नहीं, पर रस्ता ऐसा होवे बड़ा उबड़ खाबड़ जिहा होवे, उच्चा नीवा होवे, कदे पहाड़ियाँ आ जान, कदे मारूथल आ जाए, कदे मैदानी इलाका आ जाए, उस रस्ते ते तुरना बड़ा औखा जे। बाबा कबीर साहब कहते ने, कबीर जिह मार्ग पंडित गए पाछै परी बहीर। जेड़े पासे संसार दे सारे लोग तुरदे ने, मन मुखताई वाले पासे, रब तो टुट के, धर्म तो टुट के, उस रस्ते ते तुरना महाराज कहते बहुत सौखा है।
पर एक अव घट घाटी राम की ते चढ़ रहे हो कबीर। धर्म के रस्ते ते तुरना बड़ा औखा जी, क्योंकि धर्म जिहड़ा है वार वार मनुख नूं अवगुणा तो गुनाहां तो सुचेत करदा है। धर्म मनुख नूं वार वार प्रेरणा करदा भी चाहे जो मर्जी हो जाए सज्जणा सच बोली। धर्म मनुख नूं ये प्रेरणा करदा है कि फरीदा बुरे दा भला कर गुस्सा मन ना हंडाए। ਜਿਹੜਾ तेरी बुराई कर रहा तेरी विरोधता कर रहा तू ਉਹਦਾ भी भला कर। धर्म मनुख नूं वार वार सुचेत होने वास्ते प्रेरणा करता है, तो धर्म के रस्ते ते तुरना सानू बड़ा औखा लगता है। इस वास्ते मेरे पातशाह जी ने बाणी विच आख्या भी जिहड़ा रब दे घर दा रस्ता है उत्थे तुरना बड़ा औखा जी। खन्नियों तिखी वालों निक्की एत मार्ग जाना। इस रस्ते ते तुरदा होया मनुख जिहड़ा वार वार डोलदा है, वार वार थिड़कदा है, वार वार भटक जाता है। तो डोलण के किन्ने कारण ने गुरमुखो ध्यान दिओ, आपां सरवण करिए। जिहड़ी पावन बाणी का शब्द असीं सरवण कर रहे हैं, सलोक सरवण कर रहे हैं, इसे ही पावन बाणी के अंदर धन गुरु अर्जन देव पातशाह महाराज रहमत करते हैं कि जिहड़ा मनुख है ना वो माया के प्रभाव थले जिउंदा होया एक बार नहीं कई तरीकों के नाल डोलदा है। कोई एक तरीका नहीं भी जिहदे नाल बंदा डोले तो सुचेत हो जाए। कई तरीके ने जिन्हां दे नाल माया जिहड़ी मनुख नूं अपने मकसद तो डुला दिंदी है, थिड़का दिंदी है। माया डोलै बहु विधि मन लपटिओ ते संग, मांगन ते जे तुम रखो नानक नाम है रंग। किहड़े किहड़े वो कारण बनते हैं जिन्हां करके बंदा अपने मकसद तो डोल जाता है, भटक जाता जी। बहुत सारे कारण ने, पर गुरमुखा ने कुछ बचन लिखे जी आप जी नाल साझे करा। सब तो पहला कारण है मनुख के अंदर का बनया होया भरम। असी इस भरम दे विच, इस भुलेखे दे विच पै गए भी जिहड़े संसार ते आए हैं हो सकता है सदा साडे नाल निभदा रहे। इसे भुलेखे विच बंदा जिहड़ा दिन रात तुरिया फिरदा है, जदों कोई भुलेखे दे विच ही पै जाए जी, भरम दे विच ही पै जाए तो डोलना सुभाविक है। बंदा डोलदा क्यों? महाराज कहते ने छोड़ जाहें से करहें पराल, काम न आवें से जंजाल, संग न चाले तिन स्यों हीत, जो बहराई सेई मीत। ऐसे भरम भुले संसारा, जन्म पदार्थ खोए गवारा। अर्थ आप जी आप पढ़ लियो, मैं संखेप अर्ज करा कि ਜਿਹੜੀਆਂ चीज़ां ਸਾਂਭਣ ਵਾਲੀਆਂ नहीं बंदा ਉਹਨਾਂ ਨੂੰ ਸਾਂਭਦਾ ਪਿਆ ਹੈ, ਜਿਨ੍ਹਾਂ ਨੇ ਨਾਲ नहीं जाना ਉਹਨਾਂ ਨਾਲ ਪ੍ਰੀਤ ਕਰਦਾ ਪਿਆ ਹੈ। ਜਿਹੜੀਆਂ चीज़ां ਉਹਦੇ ਕੰਮ नहीं ਆਉਣੀਆਂ ਉਹ ਇਕੱਠੀਆਂ ਕਰਦਾ ਪਿਆ, ਤੇ ਜਿਹੜੀਆਂ ਕੰਮ ਆਉਣੀਆਂ ਨੇ ਉਹਨਾਂ ਤੋਂ दूर ਨਸਦਾ ਪਿਆ ਹੈ। दात प्यारी विसरिया दा तारा, जाने नाही मरण विचारा। साच धर्म नहीं भावै डीठा, झूठ तो स्यों रचियो मीठा। बस्त पराई कहो उठ रोवै, कर्म धर्म सगला ही खोवे। ये बंदे दा सुभाव बन गया। जिहड़ियां चीज़ां नाल निभण वालियां नहीं उन्हां दे भुलेखे दे विच उन्हां नूं सदीवी जान के बंदा रब दे नालों टुटा होया डोलदा है। डोलण का दूसरा कारण भागां वालिओ साडे अंदरले विकार, जिन्हां विकारां दे विच लगातार असीं डुबदे पए हां। भगत नामदेव जी का शब्द पढ़ो, लोभ लहर अत नीच हर बाजा, काया डूबै केसवा। संसार समुंदे तार गोबिंदे, तार लै बाप बीठला। एक बड़ा प्यारा शब्द है जी महाराज जी का। साहब कहते ने बाहरी तौर पर समुंदर के जवार भाटा तो कुछ एक समय वास्ते आता, तो फिर समुंदर शांत हो जाता है। ਜਿਹੜੇ सज्जना ने कदे समुंदर वेखिया है वो किनारे ते कुछ समा रहे नहीं, वो जानते होणगे। समुंदर दे विच जवार भाटा आउंदा है, एक खास समय बाद शांत हो जाता है। पर ਜਿਹੜੇ संसार समुंदर दे विच असीं गोते खा रहे हैं ना, ਇਹਦੇ ਵਿੱਚ महाराज कहते ने हर वक्त ही जवार भाटा आया रहिंदा है। जे किते 2-4 घंटे या कुछ लम्हिਆਂ ਦੇ वास्ते जवार भाटा आवे तो बंदा वेट करेगा, इंतजार करेगा, वो शांत हो जाएगा तो अपनी मंजिल वाले पासे चला जाएगा। पर जिथे 24 घंटे 24 आवर हर वेले जवार भाटा आया होवे, उत्थे बचा किवें हो सकता है? महाराज कहते ने झड़ झखड़ ओहाड़ लहरी वहन लखेसरी,
इस संसार दे विच ते बड़े झखड़ झुलदे पए ने, हनेरियां चलदियां पईयां ने, बड़े जवाहर भाटे आ रहे ने, ते जे इत्थों बचा करना तो फिर की करना पवेगा। सतगुर स्यों आ लाए बेड़े डुबण नाहे पाओ। तरला करना पेगा अपने गुरु अगे, सच्चे पातशाह कृपा करियो, मेरी जिंदगी का बेड़ा किते डोल ना जाए, किते डुब ना जाए, मैनू हथ दे के रख लियो। डंडौत बंदन अनक बार, सर्ब कला समरथ, डोलन ते रखो प्रभु नानक दे कर हथ। डोलन का तीसरा कारण गुरमुखों की है, मनुख दे अंदर बनी हुई मेर तेर दी पक्षपात की भावना। जदों असी पक्षपात वाला जीवन जिउने हाँ, सच जाणिओ असी जिन्ना भी धर्म का कारज करते रहिए, बंदगी करते रहिए, डोलते रवांगे। तो महाराज जी ने आख्या जिहड़ा गुरसिੱਖੀ का मार्ग है ना, इत्थे मेर तेर नूं कोई थां नहीं, पक्षपात नूं कोई थां नहीं। मान मोह मेर तेर विवर्जित, ये मार्ग खंडे धार। डोलण का चौथा कारण है भागां वालिओ बंदे की अज्ञानता। जदों किसी चीज़ का ज्ञान ना होवे तो महाराज कहते ने बंदा फिर अज्ञानी हो के डोलदा भी है, रोंदा भी है, तो पछताउंदा भी है। भगत रविदास जी का बचन आपां जानते हाँ, नरपत एक सिंघासन सोया, सुपने पया भिखारी, अछत राज बिशरत दुख पाए, सो गत पई हमारी। एक राजा राज करदा पिया, तखत ते बहिंदा बादशाह है, बड़ा वड्डा परिवार है, बड़े नौकर ने, बड़े चाकर ने, सारियां सहूलतां उहदे कोल मौजूद ने। रात आराम करदा है तो सुपना आउंदा, सुपने दे विच मंगता बन जांदा है, परिवार भी विछड़ जाता है, राज भी चला जाता है, तखत भी नहीं रहिंदे। सारी रात रोंदा, जदों दिन चढ़दा अखां खुलदियां ने तो कहंदा मना कमलिया एवें रोंदा रहा, सारा कुछ तो तेरे कोल है। मनुख की हालत भी ऐसी जे, रोवै रतन गवाए कै। असीं माया के प्रभाव थले जिउंदे होए रब नूं भुला के अज्ञानी बन गए, तो जिंदगी दे विच रोण आ गया, हासा खत्म हो गया। डोलण की जिहड़ी पंजवीं ते सब तो वड्डी गुरमुखो वजह है ना, वो जे मनुख दे अंदर अपने ते पराए का एहसास, किसी ना मित्रता रखनी, किसी ना दुश्मनी रखनी, जदों तक साडे अंदर ये सुभाव है, महाराज कहते असीं डोलते रवांगे, थिड़कते रवांगे। जदों गुरु की संगत विच आके बैठांगे, गुरु दे कोलों सानूं ये सबक मिलेगा, बिसर गई सब तात पराई, जब ते साध संगत मोह पाई, ना को बैरी ना ही बेगाना, सगल संग हमको बन आई। साहब का एक बड़ा प्यारा बचन है जी। महाराज कहते ने जिहड़े रब दे प्यारे बन जाते हैं ना, जिहड़े महापुरख बन जाते हैं, जिन्हां दा मन टिका दे विच आ जांदा, जिहड़े शांत हो जाते हैं, संत बन जाते हैं, उन्हां दे जीवन की एक खासियत हुंदी है कि भावें कोई उन्हां दे कोल मित्र बन के आवे, 36 प्रकार के भोजन लैके आवे, ਉਹਦੇ ਨਾਲ भी ਵਰਤਾਓ ਉਹੋ ਜਿਹਾ ਕਰਦੇ ਨੇ, ਤੇ ਜੇ ਕੋਈ ਹਥਿਆਰ ਲੈ ਕੇ, ਸ਼ਸਤਰ ਲੈ ਕੇ ਉਹਨਾਂ ਨੂੰ ਮਾਰਨ ਵਾਸਤੇ ਆ ਜਾਏ ਨਾ ਜੀ, ਵਿਹਾਰ ਉਹਦੇ ਨਾਲ ਵੀ ਇੱਕੋ ਜਿਹਾ ਕਰਦੇ ਨੇ। ਸਾਹਿਬ ਦਾ ਬਚਨ ਹੈ, ਸਹਿਣਸ਼ੀਲ ਸੰਤੰ ਸਮ ਮਿਤਰਸੈ ਦੁਰਜਨਹਿ, ਨਾਨਕ ਭੋਜਨ ਅਨਕ ਪ੍ਰਕਾਰੇਣ, ਨਿੰਦਕ ਆਵਦ ਹੋਏ ਉਪਤਿਸ਼ਠਤੇ। 36 प्रकार के कोई भोजन लैके आया, किसी ने बड़ा मान सन्मान बख्शिया, ਉਹਦੇ ਨਾਲ बराबर का ਵਰਤਾਓ। जे कोई भागां वाले चढ़ के आ गया तो ਉਹਦੇ ਨਾਲ भी बराबर का ਵਰਤਾਓ। अपने ते बेगानी का जिहड़ा एहसास है ना, अपने बेगानगी का भाव जिहड़ा है, वो बंदे नूं वार-वार डोलाउंदा है। 5 कारण ने गुरमुखो बंदे दे डोलण दे। जदों मनुख नूं ये एहसास हुंदा है कि मैं डोलदा हाँ, तो फिर बाबा कबीर साहब कहते हैं, वो एक अरदास करता है, हम डोलत बेड़ी पाप भरी है, पवन लगै मत जाई। महाराज मैं इन्ने पाप कर ले, इन्ने गुनाह कर ले, ये शरीर कूड़ कुसत भरिया, गल ताई पाप कमाए। असी कई बार बड़ा दावा करते कि मैं पाप नहीं किया, मैं गुनाह नहीं किया, पर महाराज कहते ने बंदे ने इन्ने गुनाह इन्ने पाप किए ने भी गल तक नका नक भरिया होया है।
ਜਦੋਂ ਅਹਿਸਾਸ ਹੁੰਦਾ ਹੈ ਤੇ ਫਿਰ ਮਨੁੱਖ ਅਰਦਾਸ ਕਰਦਾ ਹੈ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗੈ ਮਤ ਜਾਈ। ਮਹਾਰਾਜ ਕਿਤੇ ਐਸਾ ਨਾ ਹੋਵੇ ਮੇਰੇ ਜੀਵਨ ਦੀ ਬੇੜੀ ਡੁੱਬ ਜਾਏ, ਕਿਰਪਾ ਕਰ ਦਿਓ। ਸਨਮੁਖ ਸਿੱਧ ਭੇਟਣ ਕੋ ਆਏ, ਨਿਹਚੋ ਦੇ ਵਡਾਈ। ਗੁਰੂ ਫਿਰ ਗੁਰਮੁਖੋ ਐਸਾ ਮਲਾਹ ਜੇ ਜਿਹੜਾ ਚੱਪੂ ਲਾ ਕੇ ਸਾਡੀ ਜ਼ਿੰਦਗੀ ਦੀ ਬੇੜੀ ਨੂੰ ਪਾਰ ਕਰ ਸਕਦਾ ਹੈ। ਹੋ ਸਕਦਾ ਦੁਨਿਆਵੀ ਮਲਾਹਾਂ ਦੇ ਕੋਲੋਂ ਕਿਤੇ ਕੋਈ ਬੇੜਾ ਡੁੱਬ ਜਾਂਦਾ ਹੋਵੇ, ਬੜੇ ਬੜੇ ਪਰਫੈਕਟ ਮਲਾਹ ਨੇ, ਬੜੇ ਬੜੇ ਵਧੀਆ ਪਾਇਲਟ ਨੇ ਜਿਨ੍ਹਾਂ ਦੇ ਕੋਲੋਂ ਜਹਾਜ਼ ਡੁੱਬ ਜਾਂਦੇ ਨੇ, ਪਰ ਗੁਰੂ ਇੱਕ ਐਸਾ ਮਲਾਹ ਜੇ ਜਿਹਦਾ ਬੇੜਾ ਕਦੇ ਡੁੱਬਦਾ ਨਹੀਂ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਜਦੋਂ ਅਹਿਸਾਸ ਹੋ ਗਿਆ ਫਿਰ ਅਰਦਾਸ ਕੀਤੀ। ਤੇ ਆਪਾਂ ਕਈ ਵਾਰ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਆ ਹੋਵੇਗਾ, ਜਦੋਂ ਸਾਨੂੰ ਅਰਦਾਸ ਤੇ ਯਕੀਨ ਹੋਵੇ ਨਾ ਜੀ, ਤੇ ਬੜੀ ਵੱਡੀ ਮੁਸੀਬਤ ਕਿਤੇ ਜ਼ਿੰਦਗੀ ਵਿੱਚ ਬਣ ਜਾਏ ਤੇ ਬੰਦਾ ਅਰਦਾਸ ਕਰਕੇ ਇਹ ਮਹਿਸੂਸ ਕਰਦਾ ਕਿ ਹੁਣ ਮੈਂ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ, ਮੇਰਾ ਵਾਲ ਵੀ ਵਿੰਗਾ ਨਹੀਂ ਹੋਣਾ। ਅਰਦਾਸ ਦੇ ਵਿੱਚ ਏਡੀ ਵੱਡੀ ਤਾਕਤ ਹੈ ਜੇ ਭਰੋਸਾ ਹੋਵੇ। ਬਾਬਾ ਕਬੀਰ ਸਾਹਿਬ ਵੇਖੋ, ਇੱਕ ਵਾਰੀ ਤੇ ਅਰਦਾਸ ਕਰਦੇ ਨੇ ਤੇ ਫਿਰ ਕਹਿੰਦੇ ਨੇ, ਕਬੀਰ ਡਗਮਗ ਕਿਆ ਕਰਹੇ, ਕਹਾਂ ਡੁਲਾਵੇਂ ਜੀਓ, ਸਰਬ ਸੂਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਹੁਣ ਤੈਨੂੰ ਡੋਲਣ ਦੀ ਲੋੜ ਨਹੀਂ, ਤੂੰ ਜਿਹਦੇ ਅੱਗੇ ਅਰਦਾਸ ਕੀਤੀ ਹੈ ਨਾ ਉਹ ਡੋਲਣ ਤੋਂ ਰੱਖਣ ਵਾਲਾ ਹੈ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਹਦੇ ਚਰਨਾਂ ਵਿੱਚ ਆ ਕੇ ਢਿਆ ਹੈ, ਜਿਹਦੇ ਅੱਗੇ ਬੇਨਤੀ ਕੀਤੀ ਹੈ, ਉਹ ਐਡਾ ਸਮਰੱਥ ਹੈ, ਏਡੀ ਤਾਕਤ ਵਾਲਾ ਹੈ, ਉਹ ਤੈਨੂੰ ਡੋਲਣ ਤੋਂ ਬਚਾ ਲਏਗਾ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ। ਸਾਰੇ ਆਪਾਂ ਜੀਵਨ ਵਿੱਚ ਡੋਲਦੇ ਹਾਂ ਗੁਰਮੁਖੋ, ਪਰ ਅੰਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਵੀ ਜਿਹੜੇ ਆ 5 ਕਾਰਨ ਨੇ, ਜੇ ਅਸੀਂ ਦੂਰ ਕਰ ਲਈਏ, ਮੁਕੰਮਲ ਤੌਰ ਤੇ ਗੁਰੂ ਤੇ ਭਰੋਸਾ ਬਣਾ ਕੇ ਅਰਦਾਸ ਕਰ ਲਈਏ, ਤੇ ਫਿਰ ਸਾਡੇ ਅੰਦਰ ਵੀ ਗੁਰਮੁਖੋ ਭਾਵਨਾ ਬਣ ਜਾਏਗੀ, ਸਾਡੀ ਬਿਰਤੀ ਬਣ ਜਾਏਗੀ, ਅਸੀਂ ਅਡੋਲ ਹੋ ਜਾਵਾਂਗੇ। ਭਾਈ ਗੁਰਦਾਸ ਜੀ ਦਾ ਬੜਾ ਕੀਮਤੀ ਸਵਈਆ, ਉਹ ਕਹਿੰਦੇ ਨੇ, ਕੰਚਨ ਅਸ਼ੁੱਧ ਜੈਸੇ ਭ੍ਰਮਤ ਕੁਠਾੜੀ ਵਿਖੇ, ਸ਼ੁੱਧ ਹੋਏ ਭ੍ਰਮਤ ਨਾ ਪਾਵਕ ਪ੍ਰਗਾਸ ਹੈ। ਜਦੋਂ ਸੋਨਾ ਅਜੇ ਸ਼ੁੱਧ ਨਹੀਂ ਨਾ ਬਣਦਾ, ਉਹ ਸੁਨਿਆਰੇ ਦੀ ਕੁਠਾਰੀ ਦੇ ਵਿੱਚ ਬੜਾ ਦੌੜਦਾ ਜੀ, ਬਹੁਤ ਭਟਕਦਾ ਹੈ। ਜਦੋਂ ਖੋਟ ਮੁੱਕ ਜਾਏ ਤੇ ਇਹ ਫਿਰ ਇੱਕ ਥਾਂ ਤੇ ਟਿਕ ਕੇ ਡਲੀ ਬਣ ਜਾਂਦਾ ਹੈ। ਜੈਸੇ ਕਰ ਕੰਕਨ ਅਨੇਕ ਸਹਿ ਪ੍ਰਗਟ ਧੁਨ, ਏਕੈ ਏਕ ਟੇਕ ਪੁੰਨ ਧੁਨ ਕੋ ਵਿਨਾਸ਼ ਹੈ। ਅਸੀਂ ਬਾਂਹ ਦੇ ਵਿੱਚ 4-5 ਕੜੇ ਪਾਏ ਹੋਣ ਤੇ ਬੜੇ ਛਣਕਦੇ ਨੇ, ਪਰ ਜੇ ਲੋਹੇ ਦੇ ਵਿੱਚ ਅੱਗ ਦਾ ਸੇਕ ਦੇ ਕੇ ਉਹਨਾਂ ਨੂੰ ਘਾਲ ਲਈਏ ਜੀ ਤੇ ਫਿਰ ਡਲੀ ਬਣ ਜਾਂਦੇ ਨੇ, ਛਣਕਾਹਟ ਬੰਦ ਹੋ ਜਾਂਦੀ ਹੈ। ਖੁਦਿਆ ਕੈ ਬਾਲਕ ਬਿਲਲਾਤ ਅਕੁਲਾਤ ਅਤ, ਅਸਥਨ ਪਾਨ ਕਰ ਸਹਿਜ ਸਮਾਤ ਹੈ। ਬੱਚੇ ਨੂੰ ਭੁੱਖ ਲੱਗੇ ਤੇ ਬੱਚਾ ਬਹੁਤ ਰੋਂਦਾ ਹੈ, ਮਾਂ ਦੁੱਧ ਪਿਆ ਦੇ ਤੇ ਬੱਚਾ ਚੁੱਪ ਕਰ ਜਾਂਦਾ ਹੈ। ਮਹਾਰਾਜ ਕਹਿੰਦੇ ਨੇ, ਤੈਸੇ ਮਾਇਆ ਭ੍ਰਮਤ ਭ੍ਰਮਤ ਚਤੁਰ ਦਿਸ਼ਾ ਧਾਵੈ, ਗੁਰ ਉਪਦੇਸ਼ ਨਿਹਚਲ ਗ੍ਰਹਿ ਪਦ ਬਾਸ ਹੈ। ਮਾਇਆ ਦੇ ਪ੍ਰਭਾਵ ਥੱਲੇ ਬੰਦਾ ਵਾਰ-ਵਾਰ ਡੋਲਦਾ ਜੇ, ਦੌੜਦਾ ਭੱਜਦਾ ਹੈ। ਜਦੋਂ ਗੁਰੂ ਦਾ ਬਚਨ ਮਿਲ ਜਾਏ, ਗੁਰੂ ਦਾ ਸ਼ਬਦ ਮਿਲ ਜਾਏ ਤੇ ਟਿਕਾਊ ਆ ਜਾਂਦਾ ਹੈ। ਇਸ ਵਾਸਤੇ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਦੇ ਅੰਦਰ ਪਹਿਲਾਂ ਪਰਮਾਤਮਾ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਬੇਨਤੀ ਕਰਦੇ ਨੇ, ਮਹਾਰਾਜ ਸਾਨੂੰ ਡੋਲਣ ਤੋਂ ਬਚਾ ਲਓ। ਆਓ ਅਗਲੇ ਬਚਨ ਦੀ ਵਿਚਾਰ ਕਰੀਏ ਜੀ। ਪੌੜੀ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਪੌੜੀ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ ਕਿ ਡੋਲੇ ਹੋਏ ਮਨੁੱਖ ਨੂੰ ਇੱਕ ਗਲਤ ਫਹਿਮੀ ਹੋ ਗਈ ਸੀ ਵੀ ਇਹ ਸੰਸਾਰ ਸ਼ਾਇਦ ਉਹਦਾ ਪੱਕਾ ਟਿਕਾਣਾ ਹੈ, ਪਰ ਮਹਾਰਾਜ ਨੇ ਆਖਿਆ ਸੰਸਾਰ ਤੇਰਾ ਪੱਕਾ ਟਿਕਾਣਾ ਨਹੀਂ। ਜਿਹੜੀ ਤੇਰੀ ਅਸਲੀ ਮੰਜ਼ਿਲ ਹੈ ਨਾ ਗੁਰਮੁਖਾ, ਉਸ ਮੰਜ਼ਿਲ ਨੂੰ ਸਮਝਣ ਦਾ ਯਤਨ ਕਰ। ਇਸ ਸੰਸਾਰ ਦੇ ਉੱਤੇ ਕਿਸੇ ਦਾ ਵਸੇਬਾ ਪੱਕਾ ਨਹੀਂ। ਬਹੁਤ ਉਦਾਹਰਨਾਂ ਨੇ, ਬੇਅੰਤ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦੀਆਂ ਨੇ, ਜਿੱਥੇ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਵੀ ਇਹ ਸੰਸਾਰ ਜਿਹੜਾ ਨਾ, ਵੇਖਣ ਨੂੰ ਭਾਵੇਂ ਸਾਨੂੰ ਜਿੰਨਾ ਮਰਜ਼ੀ ਸੋਹਣਾ ਲੱਗੇ, ਪਰ ਇੱਥੇ ਰਹਿਣਾ ਕਿਸੇ ਨੇ ਨਹੀਂ, ਇਹ ਸਾਰਾ ਕੁਝ ਖਤਮ ਹੋ ਜਾਏਗਾ। ਪੱਕਾ ਟਿਕਾਣਾ, ਪੱਕਾ ਵਸੇਬਾ ਇੱਥੇ ਕਿਸੇ ਦਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ 2 ਬਚਨ ਆਪਾਂ ਸਾਂਝੇ ਕਰਨੇ ਜੀ। ਮਹਾਰਾਜ ਜੀ ਦਾ ਬਚਨ ਹੈ, ਚਿਲਮਿਲ ਬਿਸਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੌਰ ਨਾ ਮਾਨੀ।
ਬਿਸਿਆਰ ਦਾ ਅਰਥ ਹੈ ਬਹੁਤ ਜ਼ਿਆਦਾ। ਚਿਲਮਿਲ ਦਾ ਭਾਵ ਹੈ ਬਿਜਲੀ ਦੀ ਲਿਸ਼ਕ। ਜਦੋਂ ਕਦੇ ਬੱਦਲਵਾਈ ਹੋਵੇ, ਜਿਹੜਾ ਅਸਮਾਨ ਹੈ ਨਾ ਗੁਰਮੁਖੋ, ਉਹਦੇ ਵਿੱਚ ਜਿਹੜੀ ਬਿਜਲੀ ਲਿਸ਼ਕਦੀ ਹੈ ਨਾ, ਉਹ ਸਾਨੂੰ ਵੇਖਣ ਨੂੰ ਬੜੀ ਸੋਹਣੀ ਲੱਗਦੀ ਹੈ। ਸਾਡਾ ਦਿਲ ਕਰਦਾ ਵੀ ਉਹਨੂੰ ਵੇਖੀ ਜਾਈਏ। ਪਰ ਸੱਚ ਇਹ ਹੈ, ਉਹ ਕੇਵਲ ਇੱਕ ਖਿੰਨ ਭੰਗਰ ਦਾ ਤਮਾਸ਼ਾ ਹੈ। ਅੱਖਾਂ ਦੇ ਸਾਹਮਣੇ ਆਈ ਤੇ ਅਲੋਪ ਹੋ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜਾ ਸੰਸਾਰ ਹੈ ਇਹ ਬਿਜਲੀ ਦੀ ਲਿਸ਼ਕ ਦੇ ਵਾਂਗ ਸੋਹਣਾ ਤੇ ਬੜਾ ਲੱਗਦਾ ਹੈ, ਪਰ ਇਹਨੇ ਰਹਿਣਾ ਨਹੀਂ। ਇਹ ਤੇ ਇੱਕ ਅੱਖ ਦੇ ਫੋਰ ਵਿੱਚ ਵੀ ਨਾਸ ਹੋ ਸਕਦਾ ਹੈ। ਚਿਲਮਿਲ ਬਿਸਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੌਰ ਨਾ ਮਾਨੀ। ਦੇਖੋ ਨਿਮਰਤਾ ਮਹਾਰਾਜ ਦੀ। ਮਹਾਰਾਜ ਕਹਿੰਦੇ ਪਰ ਮੈਂ ਮੂਰਖ ਨੇ, ਮੈਂ ਕਮਲੇ ਨੇ, ਸੰਸਾਰ ਦੇ ਨਾਲ ਇੰਨੀ ਪ੍ਰੀਤ ਪਾ ਲਈ ਕਿ ਮੈਨੂੰ ਕਬਰਾਂ ਦਾ ਚੇਤਾ ਹੀ ਭੁੱਲ ਗਿਆ। ਇਹ ਚੇਤਾ ਹੀ ਭੁੱਲ ਗਿਆ ਵੀ ਕਬਰਾਂ ਜਿਹੜੀਆਂ ਨੇ ਮੈਨੂੰ ਉਹਨਾਂ 'ਚ ਨਿਵਾਸ ਕਰਨਾ ਪਵੇਗਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਨਾ, ਗੌਰ ਨਿਮਾਣੀ ਛੱਡ ਕਰੇ ਨੇ ਘਰਿਆ ਕਰ ਆਓ। ਜਿਹੜੀਆਂ ਕਬਰਾਂ ਨੇ ਬੰਦੇ ਨੂੰ ਆਵਾਜ਼ਾਂ ਮਾਰਦੀਆਂ ਨੇ ਵੀ ਸੱਜਣਾ ਤਿਆਰੀ ਕਰ, ਤੂੰ ਮੇਰੇ ਕੋਲ ਆਉਣਾ ਹੈ। ਕਿਉਂਕਿ ਮੁਸਲਮਾਨ ਨੇ ਉਹਨਾਂ ਦਾ ਸਮਝਾਉਣ ਦਾ ਤਰੀਕਾ ਜਿਹੜਾ ਹੈ, ਉਹਦੇ ਵਿੱਚ ਉਹਨਾਂ ਨੇ ਇਸਲਾਮ ਦੀ ਸ਼ਬਦਾਵਲੀ ਵਰਤੀ। ਮਹਾਰਾਜ ਕਹਿੰਦੇ ਚਿਲਮਿਲ ਬਿਸਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੌਰ ਨਾ ਮਾਨੀ। ਨਿਮਰਤਾ ਵੇਖੋ ਗੁਰਮੁਖੋ ਗੁਰੂ ਨਾਨਕ ਸਾਹਿਬ ਦੀ। ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ। ਕਿਸੇ ਦੇ ਵਾਸਤੇ ਕਮੀਨਾ ਸ਼ਬਦ ਵਰਤੀਏ ਨਾ ਤੇ ਅਗਲਾ ਅੱਗ ਬਬੂਲਾ ਹੋ ਕੇ ਸਾਡੇ ਗਲ ਪੈ ਜਾਂਦਾ ਹੈ। ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰੀਏ। ਮਹਾਰਾਜ ਜੀ ਨੇ ਆਪਣੇ ਵਾਸਤੇ ਇਹ ਸ਼ਬਦ ਵਰਤਿਆ ਜੀ। ਮਹਾਰਾਜ ਮੈਂ ਬਹੁਤ ਮਾੜਾ ਹਾਂ, ਮਾੜਿਆਂ ਤੋਂ ਵੀ ਮਾੜਾ ਹਾਂ, ਪਰ ਤੂੰ ਦਰਿਆ ਦੇ ਵਾਂਗ ਹੈ। ਤੇ ਦਰਿਆ ਦਾ ਇੱਕ ਸੁਭਾਅ ਹੁੰਦਾ ਜੀ, ਉਹਦੇ ਵਿੱਚ ਗੰਦਾ ਮੈਲਾ ਪਾਣੀ ਪਾ ਦਈਏ ਤੇ ਉਹਨੂੰ ਸਾਫ਼ ਕਰ ਦਿੰਦਾ ਹੈ। ਸਾਡੇ ਅੰਦਰ ਜਿੰਨੇ ਮਰਜ਼ੀ ਔਗਣ ਹੋਣ, ਜਿੰਨੇ ਮਰਜ਼ੀ ਗੁਨਾਹ ਹੋਣ, ਪਰ ਗੁਰੂ ਦੇ ਕੋਲ ਆ ਜਾਈਏ ਤੇ ਗੁਰੂ ਇੰਨਾ ਸਮਰੱਥਾ ਵਾਲਾ ਗੁਰਮੁਖੋ ਸਾਰੇ ਪਾਪ ਧੋ ਕੇ ਸਾਨੂੰ ਨਿਰਮਲ ਤੇ ਸਵੱਛ ਕਰ ਦਿੰਦਾ ਹੈ। ਬੜੇ ਫਰਮਾਨ ਨੇ, ਬਹੁਤਾ ਜ਼ਿਕਰ ਨਾ ਕਰਾਂ। ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ, ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ। ਰੱਬ ਦੇ ਨਾਂ ਤੋਂ ਬਿਨਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੰਸਾਰ ਦੀਆਂ ਜਿੰਨੀਆਂ ਚੀਜ਼ਾਂ ਨੇ ਮੈਨੂੰ ਜ਼ਹਿਰ ਦੇ ਵਾਂਗ ਲੱਗਦੀਆਂ ਨੇ। ਪੁਰਾਬ ਖਾਮ ਕੂਜੈ ਹਿਕਮਤ ਖੁਦਾਇਆ। ਜਿਵੇਂ ਕਿਸੇ ਕੱਚੇ ਪਾਣੀ ਦੇ ਕੁੱਜੇ ਦੇ ਵਿੱਚ ਪਾਣੀ ਭਰਿਆ ਹੋਵੇ ਜੀ, ਭਾਂਡਾ ਮਿੱਟੀ ਦਾ ਕੱਚਾ ਹੋਵੇ ਤੇ ਉਹਦੇ ਵਿੱਚ ਪਾਣੀ ਭਰਿਆ ਹੋਵੇ, ਉਹਦੀ ਬੁਨਿਆਦ ਕੋਈ ਨਹੀਂ ਜੀ ਹੁੰਦੀ। ਸਟੀਲ ਦਾ ਭਾਂਡਾ ਹੋਵੇ, ਚਾਂਦੀ ਦਾ ਬਰਤਨ ਹੋਵੇ, ਲੋਹੇ ਦਾ ਹੋਵੇ ਜਾਂ ਸੋਨੇ ਦਾ ਹੋਵੇ, ਜਾਂ ਮਿੱਟੀ ਦਾ ਬਰਤਨ ਹੀ ਕਿਸੇ ਨੇ ਪਕਾਇਆ ਹੋਵੇ, ਉਹਦੇ ਵਿੱਚ ਤੁਸੀਂ ਕੋਈ ਚੀਜ਼ ਪਾਓਗੇ ਤੇ ਉਹਦੀ ਬੁਨਿਆਦ ਹੈ। ਪਰ ਜੇ ਕੱਚਾ ਭਾਂਡਾ ਹੋਵੇ ਤੇ ਉਹਦੇ ਵਿੱਚ ਪਾਣੀ ਪਾ ਦਈਏ, ਉਹਦੀ ਬੁਨਿਆਦ ਕੋਈ ਨਹੀਂ ਜੀ। ਮਹਾਰਾਜ ਕਹਿੰਦੇ ਜਿਹੜਾ ਸਾਡਾ ਸਰੀਰ ਹੈ ਨਾ, ਇਹ ਕੱਚੇ ਭਾਂਡੇ ਦੇ ਵਾਂਗ ਹੈ ਜਿਹੜਾ ਪਾਣੀ ਨਾਲ ਭਰਿਆ ਹੋਇਆ। ਫੂਟੇ ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਜੋ ਪਾਣੀ। ਇੱਕ ਇੱਕ ਸਵਾਸ ਦੇ ਨਾਲ ਜਿਹੜਾ ਸਾਡਾ ਸਰੀਰ ਦਾ ਕੱਚਾ ਭਾਂਡਾ ਨਾ, ਇਹ ਖੁਰਦਾ ਜਾ ਰਿਹਾ ਹੈ। ਪੁਰਾਬ ਖਾਮ ਕੂਜੈ ਹਿਕਮਤ ਖੁਦਾਇਆ। ਮਾਲਕ ਜੀ ਤੇਰੀ ਕੁਦਰਤ ਹੈ, ਤੇਰੀ ਕਾਰਾਗਰੀ ਹੈ, ਤੂੰ ਮੇਰਾ ਵਜੂਦ ਬਣਾਇਆ ਹੈ। ਮੇਰੇ ਸਰੀਰ ਨੂੰ ਘੜਿਆ ਪਰ ਹੈ ਇਹ ਕੱਚਾ ਭਾਂਡਾ। ਫਿਰ ਕਹਿੰਦੇ ਨੇ ਮਨ ਤਵਾਨਾ ਤੂੰ ਕੁਦਰਤੀ ਆਇਆ, ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜ੍ਹੈ ਸਵਾਇਆ। ਆਪਣੇ ਆਪ ਨੂੰ ਮਾਲਕ ਦੇ ਦਰ ਦਾ ਕੂਕਰ ਆਖਿਆ ਗੁਰੂ ਨਾਨਕ ਸਾਹਿਬ ਜੀ ਨੇ। ਸਗ ਸ਼ਬਦ ਫਾਰਸੀ ਜ਼ੁਬਾਨ ਦਾ, ਤੇ ਫਾਰਸੀ ਵਿੱਚ ਕੁੱਤੇ ਦੇ ਵਾਸਤੇ, ਕੂਕਰ ਦੇ ਵਾਸਤੇ ਸਗ ਸ਼ਬਦ ਵਰਤਿਆ ਜਾਂਦਾ ਹੈ। ਐ ਮਾਲਕ ਜੀ ਮੈਂ ਤੇਰੇ ਦਰ ਦਾ ਕੂਕਰ ਹਾਂ, ਕਿਰਪਾ ਕਰ ਤੇਰੇ ਨਾਮ ਦਾ ਰੰਗ ਮੇਰੇ ਤੇ ਸਵਾਇਆ ਹੋ ਕੇ ਚੜ੍ਹ ਜਾਏ। ਤੇ ਕਹਿੰਦੇ ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਸੰਸਾਰ ਦੇ ਉੱਤੇ ਕਿਸੇ ਦਾ ਟਿਕਾਣਾ ਪੱਕਾ ਨਹੀਂ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ। ਦੂਸਰਾ ਬਚਨ ਗੁਰੂ ਨਾਨਕ ਸਾਹਿਬ ਦਾ ਸਾਂਝਾ ਕਰੀਏ। ਯਕ ਅਰਜ਼ ਗੁਫਤੁਮ ਪੇਸ਼ ਤੂੰ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਕਹਿੰਦੇ ਨੇ ਮਾਲਕ ਜੀ ਮੈਂ ਤੇਰੇ ਚਰਨਾਂ ਵਿੱਚ ਫਰਿਆਦ ਕਰਦਾ, ਕੰਨ ਦੇ ਕੇ ਮੇਰੀ ਅਰਦਾਸ ਸੁਣ। ਅਸੀਂ ਕਿਸੇ ਨਾਲ ਕੋਈ ਖਾਸ ਗੱਲ ਕਰਨੀ ਹੋਵੇ ਤੇ ਕਹਿੰਦੇ ਆ ਵੀ ਮੇਰੀ ਗੱਲ ਧਿਆਨ ਨਾਲ ਕੰਨ ਲਾ ਕੇ ਸੁਣੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਲਕ ਜੀ ਮੈਂ ਤੇਰੇ ਚਰਨਾਂ ਤੇ ਤਰਲਾ ਕਰਨ ਲੱਗਾ ਤੇ ਮੇਰੀ ਗੱਲ, ਮੇਰੀ ਬੇਨਤੀ ਨੂੰ ਕੰਨ ਲਾ ਕੇ ਸੁਣਿਓ।
यक अर्ज गुफ्तुम पेश तो दरगोश कुन करतार, हका कबीर करीम तू बेऐ परवदगार। दुनिया मुकामे फ़ानी तहकीक दिलदानी, मम सर मुए अजराइल गिरफ्ते। दिल हेच नादानी जन पिसर पदर बिरादरा, कस नेस दस्तंगीर। भावें साडी इस्त्री होवे, भावें साडा बच्चा होवे, भावें साडा बाप होवे, भावें साडे भरा होण, कोई साथ नहीं रहेगा, कोई इत्थे मौजूद नहीं रहेगा, सारे साथ छड़ जाणगे। जन पिसर पदर बिरादरा, कस नेस दस्तंगीर। आखिर ब्यफ्तम कस ना दर्द चूं शबद तकबीर। तकबीर उस नमाज नूं कहा जांदा जिहड़ी मुरदे नूं दफनाउण वेले पढ़ी जांदी है। जदों महाराज कहंदे ने आखिरी वेले दी नमाज पढ़ी जाएगी ना, उदों किसी ने लागे नहीं आउणा, सारे साथ छड़ जाणगे। शब रोज़ गश्तम दर हवा कर देम बदी ख्याल, गाहे ना नेकी कार करदम मम ईचनी अहवाल। बदबख्त, बदबख्त कहंदे ने बहुत भैड़े नूं। देखो निमरता महाराज दी, महाराज कहंदे मैं बहुत भैड़ा हाँ। बदबख्त हम चू बखील गाफल बेनज़र बेबाक, नानक बगोयद जन तुरा तेरे चाकरा पाखाक। डड्डा डेरा ये नहीं जै डेरा तै जान। ऐ मनुख तेरा टिकाणा ये नहीं है, जिहड़ी तेरी असली मंजिल है उन्होंने समझ। भाई नंद लाल जी कहते ने, कहते आज गुजश्तन हा चेह में पुरसी दरी दहर खराब, बादशाह खाहद गुजश्तो हम गदा खाहद गुजश्त। इस संसार तो राजा भी चले जाएगा तो मंगता भी चला जाएगा। जेड़े कंगाल ने वह भी चले जाणगे, जेड़े बादशाह ने वह भी चले जाणगे। अगे मेरे पातशाह रहमत करते ने, ओआ डेरा का संजमो गुर कै शब्द पछान। मनुख तेरा टिकाणा हो रहे ते उस टिकाणे ते पहुँचण दे वास्ते जुगत किहड़ी है, तरीका किहड़ा है, वो तैनूं गुरु दे कोलों मिलेगा। जिस रस्ते का सानूं पता ना होवे, असीं किसी को पुछ के तुरदे हां। अजकल तो गूगल मैप आ गया, असीं मैप ते सर्च कर लैंदे हां जी, पर करना तो पैंदा ना कुछ। जिस रस्ते का सानूं पता नहीं, जिहड़े टिकाणे का पता नहीं, महाराज कहंदे ने उत्थे जाना तो उहदा रस्ता मिलदा जे गुरु दे कोलों। ते गुरु साहब ये गल कहंदे ने, नानक सतगुर भेटिया पूरी होवै जुगत, हसंदियां खेलंदियां पैनंदियां खावंदियां विचे होवै मुकत। अपने संसारक फर्जां नूं निभाउंदा होया, काम काज करदा होया भी तू रब तक पहुँच सकदा है। बस इन्ना ख्याल रखी, हथ कार वाल ते चित करतार वाल होवे। हर वेले तेरी सुरत विच मालक जी बैठे रहन, फिर तैनूं वो जुगत तो तरीका मिल जाएगा जदों तू गुरु के शब्द नाल जुड़ जावेगा। या डेरा को श्रम कर घल है। बंदे की एक कमजोरी है, साडे मन च एक वहम बनिया होया है, जिहड़े टिकाणे ते जाना उहदे वास्ते कोई उदम नहीं करते, कोई उपराला नहीं करते। ना साडे कोल नितनेम है, ना साडे कोल अमृत वेला है, ना साडे कोल बाणी है, ना साडे कोल बाणा है। पर जिहड़ा टिकाणा साडा अपना नहीं, उहदे वास्ते असीं दिन रात मेहनत करते हैं, खपी जा रहे हैं। विदेशों की धरती ते दोहरियां शिफ्टां ला के काम कर रहे हैं, दिन रात मेहनत कर रहे हैं। पर महाराज कहते ने, जा का संग तसू नहीं जा का संग जा का तसू नहीं संग चले। जिहड़ी चीज़ साडे नाल जानी नहीं, ਉਹਦੇ वास्ते असीं दिन रात मेहनत कर रहे हैं, तो जिहड़ा साडे काम आउणा है ਉਹਨੂੰ कदे याद ही नहीं किया। वा डेरा की सो मित जानै, जा कौ दृष्ट पूਰਨ भगवानै। महाराज कहते ने, जिहड़ा रब दे घर दा टिकाणा है, जे तू वो समझना है ना, तो फिर अपने मन च ये विचार बना भी रब की कृपा का पात्र बन। जिस बंदे ने मालक की हजूरी में जाके टिकना है, जिहड़ा चाहुंदा है भी गुर कृपा जिह नरको कीनी ते यह जुगत पछानी, नानक लीन भयो गोबिंद स्यों ज्यों पानी संग पानी। जिहड़ा चाहुंदा है कि मैं मालक के चरनां विच टिक जावां, उहनूं समझना पएगा भी जिहदे ते मालक की बहुत कृपा होवे, बड़ी दृष्टि होवे ना,
ਉਹਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਮੇਰਾ ਟਿਕਾਣਾ ਆ ਸੰਸਾਰ ਨਹੀਂ, ਰੱਬ ਦਾ ਘਰ ਹੈ। ਉਹਦੀ ਕਿਰਪਾ ਤੋਂ ਬਿਨਾਂ ਕੋਈ ਨਹੀਂ ਗੁਰਮੁਖੋ। ਮਤਾ ਸਾਡੇ ਅੰਦਰ ਕਿਤੇ ਸਿਆਣਪ ਆ ਜਾਏ, ਚਤੁਰਾਈ ਆ ਜਾਏ, ਅਸੀਂ ਅਕਲ ਦੇ ਤਲ 'ਤੇ ਜਿਉਂਦੇ ਸਮਝ ਆਈਏ ਵੀ ਸ਼ਾਇਦ ਆਪਣੀ ਸਿਆਣਪ ਦੇ ਨਾਲ ਕਿਤੇ ਪਹੁੰਚ ਜਾਵਾਂਗੇ। ਨਹੀਂ, ਸਾਰਾ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਓ, ਸਾਰੀ ਮਹਾਰਾਜ ਦੀ ਬਾਣੀ ਪੜ੍ਹ ਲਓ, ਹਰ ਵਾਰ ਮੇਰੇ ਪਾਤਸ਼ਾਹ ਜੀ ਨੇ ਮਾਲਕ ਦੀ ਕਿਰਪਾ ਦੀ ਗੱਲ ਕੀਤੀ ਹੈ। ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਜੀ। ਇੱਕ ਬੇਨਤੀ ਮੈਂ ਕਰਾਂ, ਜਿਸ ਵੇਲੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ, ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਆ ਗਏ ਤੇ ਕੁਝ ਜੋਗੀ ਲੋਕ ਜਿਹੜੇ ਸਨ ਸਤਿਗੁਰੂ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਏ। ਜੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਬੜੀ ਵਾਰਾਂ ਗੋਸ਼ਟਾਂ ਕੀਤੀਆਂ ਸਨ, ਵਿਚਾਰਾਂ ਕੀਤੀਆਂ ਸਨ, ਚਰਚਾ ਕੀਤੀ ਸੀ। ਮਨ ਵਿੱਚ ਵਿਚਾਰ ਬਣਾਇਆ ਸੀ ਵੀ ਬਾਬੇ ਨਾਨਕ ਨੂੰ ਝੁਕਾ ਦਈਏ, ਪਰ ਝੁਕਾ ਨਹੀਂ ਸਕੇ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੇਵਕ ਦੇ ਚਰਨਾਂ 'ਤੇ ਮੱਥਾ ਟੇਕਿਆ ਏ, ਸੇਵਕ ਨੂੰ ਨਮਸਕਾਰ ਕੀਤੀ ਹੈ ਤੇ ਆਪਣੀ ਜੋਤ ਦਾ ਅਗਲਾ ਵਾਰਸ ਬਣਾਇਆ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਇੱਕ ਸਵਾਲ ਕੀਤਾ। ਕਹਿਣ ਲੱਗੇ, ਪੁਰਖਾ ਤੂੰ ਕਿਹੜੀ ਘਾਲ ਘਾਲੀ ਕਿ ਗੁਰੂ ਨਾਨਕ ਤੇਰੇ ਤੇ ਤੁਰਠ ਪਿਆ, ਤੇਰੇ ਤੇ ਮਿਹਰਬਾਨ ਹੋ ਗਿਆ? ਉਹ ਤਰੀਕਾ ਤੇ ਦੱਸ ਵੀ ਜਿਹਦੇ ਨਾਲ ਗੁਰੂ ਨਾਨਕ ਸਾਹਿਬ ਨੇ ਤੈਨੂੰ ਮੱਥਾ ਟੇਕਿਆ, ਤੇਰੇ ਚਰਨਾਂ ਤੇ ਝੁਕੇ ਨੇ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਬਚਨ ਗੁਰਮੁਖੋਂ ਆਖਿਆ ਨਾ, ਉਹ ਸਾਡੇ ਪੱਲੇ ਬੰਨਣ ਵਾਲਾ ਹੈ। ਮਹਾਰਾਜ ਕਹਿਣ ਲੱਗੇ, ਮੈਂ ਤੂੰ ਉਸ ਕੀ ਕਿਰਪਾ ਕੀ ਘਾਲ ਘਾਲੀ ਹੈ, ਅਵਰ ਘਾਲ ਮੇਰੇ ਤੇ ਕਛ ਨਹੀਂ ਹੋਈ। ਮੈਂ ਸਾਰੀ ਜ਼ਿੰਦਗੀ ਯਤਨ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਜਾਵਾਂ, ਸਿੱਖ ਗੁਰੂ ਦੀ ਰਹਿਮਤ ਦਾ ਪਾਤਰ ਬਣ ਜਾਏ, ਇਸ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ। ਉਹ ਆ ਡੇਰਾ ਕੀ ਸੋ ਮਿਤ ਜਾਣੈ। ਜਿਹੜਾ ਬੰਦਾ ਚਾਹੁੰਦਾ ਕਿ ਮੈਨੂੰ ਰੱਬ ਦੇ ਘਰ ਦਾ ਟਿਕਾਣਾ ਮਿਲ ਜਾਏ, ਉਹਨੂੰ ਗੁਰਮੁਖੋ ਇਹ ਗੱਲ ਸਮਝਣੀ ਪਵੇਗੀ ਕਿ ਟਿਕਾਣਾ ਉਹਨੂੰ ਮਿਲਦਾ ਹੈ ਜਾ ਕਉ ਦ੍ਰਿਸ਼ਟ ਪੂਰਨ ਭਗਵਾਨੈ, ਜਿਹਦੇ ਤੇ ਮਾਲਕ ਜੀ ਤੁਰਠ ਕੇ ਰਹਿਮਤ ਕਰਦੇ ਨੇ, ਪੂਰੀ ਕਿਰਪਾ ਕਰਦੇ ਨੇ। ਉਹਨੂੰ ਇਸ ਸੰਸਾਰ 'ਤੇ ਜਾਣ ਤੋਂ ਬਾਅਦ ਮਾਲਕ ਦੇ ਚਰਨਾਂ ਵਿੱਚ ਮੁਕੰਮਲ ਟਿਕਾਣਾ ਮਿਲਦਾ ਹੈ, ਉਹਦਾ ਨਿਜ ਘਰ ਵਾਸਾ ਹੁੰਦਾ ਹੈ। ਜਿਹੜਾ ਮਹਾਰਾਜ ਨੇ ਆਖਿਆ ਨਾ, ਥਿਰ ਕਰ ਬੈਸੋ ਹਰਜਨ ਪਿਆਰੇ, ਉਹ ਉਸ ਟਿਕਾਣੇ 'ਤੇ ਬਹਿੰਦਾ ਹੈ ਜਿਹਦੇ 'ਤੇ ਮਾਲਕ ਦੀ ਕਿਰਪਾ ਹੋਵੇ। ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ। ਹੁਣ ਜਿਹੜੇ ਬੰਦੇ ਨੇ ਕਹਿੰਦੇ ਇਸ ਜੀਵਨ ਦੇ ਵਿੱਚ ਸਾਧ ਸੰਗਤ ਵਿੱਚ ਆ ਕੇ ਆਪਣਾ ਟਿਕਾਣਾ ਕੀਤਾ ਨਾ, ਉਹਨੂੰ ਮਾਲਕ ਦੇ ਘਰ ਦਾ ਟਿਕਾਣਾ ਆਪਣੇ ਆਪ ਹੀ ਮਿਲ ਜਾਏਗਾ। ਜਿਹਨੇ ਸਾਧ ਸੰਗਤ ਵਿੱਚ ਆ ਕੇ ਟਿਕਾਣਾ ਕਰ ਲਿਆ, ਉਹਨੂੰ ਮਾਲਕ ਦਾ ਟਿਕਾਣਾ ਆਪਣੇ ਆਪ ਮਿਲ ਜਾਏਗਾ। ਨਾਨਕ ਤੇ ਜਨ ਨਹੀਂ ਡੋਲਾਇਆ। ਸਾਰੇ ਸ਼ਬਦ ਦਾ ਤੱਤ ਸਾਰ ਇਹ ਹੈ ਕਿ ਜਿਹੜਾ ਸਾਧ ਸੰਗਤ ਵਿੱਚ ਆ ਕੇ ਬੈਠਾ, ਜਿਹਨੇ ਅਰਦਾਸ ਕੀਤੀ, ਜ਼ਿੰਦਗੀ ਦੇ ਮਕਸਦ ਨੂੰ ਸਮਝ ਲਿਆ, ਉਹ ਬੰਦਾ ਕਦੇ ਵੀ ਫਿਰ ਡੋਲਦਾ ਨਹੀਂ। ਗੁਰੂ ਪਾਤਸ਼ਾਹ ਗੁਰਮੁਖੋਂ ਰਹਿਮਤ ਕਰਨ। ਇਸ ਸੰਸਾਰ ਦੇ ਵਿੱਚ ਜੀਵਨ ਬਸਰ ਕਰਦੇ ਹੋਏ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲਈਏ। ਮਹਾਰਾਜ ਜੀ ਤਰਸ ਕਰਕੇ ਸਾਨੂੰ ਡੋਲਣ ਤੋਂ, ਭਟਕਣ ਤੋਂ, ਥਿੜਕਣ ਤੋਂ ਬਚਾ ਲੈਣ, ਚਰਨਾਂ ਦੀ ਪ੍ਰੀਤ ਬਖਸ਼ ਕੇ ਨਿਹਾਲ ਕਰਨ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ, ਸਤਿਗੁਰੂ ਪਾਤਸ਼ਾਹ ਜੀ ਬਖਸ਼ਣ ਯੋਗ ਨੇ। ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ, ਬੇਅੰਤ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ PTC ਸਿਮਰਨ ਚੈਨਲ ਦੇ ਰਾਹੀਂ ਲਾਈਵ ਟੈਲੀਕਾਸਟ ਰਾਹੀਂ ਸ਼ਬਦ ਵਿਚਾਰ ਦਾ ਆਨੰਦ ਮਾਣਿਆ। ਸਭਨਾਂ ਦਾ ਧੰਨਵਾਦ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਮੈਨੇਜਮੈਂਟ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਤਰਸ ਕੀਤਾ ਹੈ, ਸੇਵਾਵਾਂ ਦੀ ਦਾਤ ਬਖਸ਼ਿਸ਼ ਕੀਤੀ ਹੈ ਜੀ। ਆਓ ਪੌੜੀ ਦੀਆਂ ਆਖਰੀ ਪੰਕਤੀਆਂ ਨੂੰ ਪੜ੍ਹ ਕੇ ਸਾਰਿਆਂ ਨੇ ਫਤਿਹ ਦੀ ਸਾਂਝ ਵਿੱਚ ਜੁੜਨਾ ਹੈ ਜੀ। ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ, ਨਾਨਕ ਤੇ ਜਨ ਨਹੀਂ ਡੋਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।